ਐਕਟ ਪਾਸ ਹੋਣ ਤੋਂ ਬਾਅਦ ਨੋਟੀਫਿਕੇਸ਼ਨ ਵੀ ਆ 31 जुलाई तो पहला होना चाहिए। बयाना या पावर ऑफ अटॉर्नी 31 जुलाई तो पहला होने चाहिए। सरहद पे तनाव है, जरा पता करो कहीं पे चुनाव है। ਨਮਸਕਾਰ ਸਾਰੇ ਦਰਸ਼ਕਾਂ ਨੂੰ। ਅੱਜ ਅਸੀਂ ਇੱਕ ਵੀਡੀਓ ਲੈ ਕੇ ਆਏ ਹਾਂ ਜਿਹਦਾ ਤੁਹਾਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀਗਾ। ਐਨਓਸੀ ਤੇ ਆਪਾਂ ਇੱਕ ਵੀਡੀਓ ਬਣਾਈ ਸੀ ਤੇ ਬਹੁਤ ਸਾਰੇ ਕਮੈਂਟ ਆਉਂਦੇ ਸੀ ਕਿ ਐਨਓਸੀ ਦੇ ਅਪਡੇਟ ਕੀ ਹੈ ਕੀ ਨਹੀਂ ਹੈ, ਉਹਦੇ ਬਾਰੇ ਸਾਨੂੰ ਦੱਸਿਆ ਜਾਵੇ। ਤਾਂ ਅੱਜ ਉਸ ਨੂੰ ਲੈ ਕੇ ਅਸੀਂ ਇੱਕ ਵੀਡੀਓ ਬਣਾ ਰਹੇ ਹਾਂ ਬਿਕੋਜ਼ ਐਕਟ ਇੱਕ ਪਾਸ ਹੋ ਚੁੱਕਿਆ ਹੈ, ਅਮੈਂਡਮੈਂਟ ਹੋ ਚੁੱਕੀ ਹੈ ਤੇ ਗਵਰਨਰ ਦੇ ਸਾਈਨ ਵੀ ਹੋ ਚੁੱਕੇ ਨੇ। ਪਰ ਹੱਲੇ ਬਹੁਤੀ ਖੁਸ਼ੀ ਨਹੀਂ ਮਨਾਉਣੀ ਕਿਉਂਕਿ ਇਹਦੇ ਵਿੱਚ ਵੀ ਹੱਲੇ ਇੱਕ ਘੋਲ ਹੈ, ਝੋਲ ਹੈ। ਉਹ ਤੁਹਾਨੂੰ ਦੱਸਦੇ ਹਾਂ ਇਸ ਵੀਡੀਓ ਵਿੱਚ ਕੀ ਹੈ। ਤੇ ਸਰ ਪਾਓ ਥੋੜੀ ਜਿਹੀ ਨਿਗਰਾਨੀ ਥੋੜਾ ਜਿਹਾ ਤੇ ਰੋਸ਼ਨੀ ਪਾਓ। ਬਿਲਕੁਲ ਜੀ, ਜਿਵੇਂ ਤੁਹਾਨੂੰ ਪਤਾ ਹੈ ਕਿ ਐਨਓਸੀ ਦੀ ਜਿਹੜੀ ਮੁਸੀਬਤ ਹਰ ਇੱਕ ਜਿਹੜੇ ਵਿਅਕਤੀ ਨੂੰ ਆਪਣੇ ਜਿਹੜੀ ਪ੍ਰਾਪਰਟੀ ਦੀ ਸੇਲ ਪਰਚੇਸ ਕਰਨ ਦੇ ਲਈ ਜਿਹੜੀ ਦਿੱਕਤ ਆਉਂਦੀ ਸੀ ਪੰਜਾਬੀਆਂ ਨੂੰ, ਉਸ ਦੇ ਮਾਮਲੇ ਦੇ ਵਿੱਚ ਇੱਕ ਪੰਜਾਬ ਸਰਕਾਰ ਜੋ ਮਾਨ ਸਰਕਾਰ ਹੈ ਉਹ ਅੱਗੇ ਸੈਪਟੈਂਬਰ ਮਹੀਨੇ 3 ਸੈਪਟੈਂਬਰ ਨੂੰ ਇੱਕ ਜਾਰੀ ਕਰਦੀ ਹੈ ਨੋਟੀਫਿਕੇਸ਼ਨ ਨਹੀਂ ਸੌਰੀ ਇੱਕ ਪ੍ਰੈਸ ਜਾਰੀ ਕਰਦੇ ਆ ਕਿ ਜਿਹੜੀ ਐਨਓਸੀ ਦੀ ਜਿਹੜੀ ਆ ਉਹ ਕੰਡੀਸ਼ਨ ਆ ਉਹ ਅਸੀਂ ਹਟਾ ਦਿੱਤੀ ਆ। ਆਮ ਲੋਕਾਂ ਦੇ ਲਈ ਇੱਕ ਵੱਡੀ ਰਾਹਤ ਲੈ ਕੇ ਆਏ ਆ। ਪਰ ਆਪਾਂ ਇੱਕ ਵੀਡੀਓ ਪਹਿਲਾਂ ਵੀ ਬਣਾਈ ਸੀ ਅੱਜ ਤੋਂ 2 ਮਹੀਨੇ ਪਹਿਲਾਂ, ਉਦੋਂ ਵੀ ਆਪਾਂ ਦੱਸਿਆ ਸੀ ਕਿ ਇਹ ਕੋਈ ਰਾਹਤ ਨਹੀਂ ਆ ਹਜੇ ਤੱਕ। ਜਦੋਂ ਤੱਕ ਇੱਕ ਐਕਟ ਪਾਸ ਨਹੀਂ ਹੋ ਜਾਂਦਾ, ਐਕਟ ਪਾਸ ਹੋਣ ਤੋਂ ਬਾਅਦ ਉਹਦੇ ਤੇ ਇੱਕ ਨੋਟੀਫਿਕੇਸ਼ਨ ਨਹੀਂ ਆ ਜਾਂਦੀ, ਨੋਟੀਫਿਕੇਸ਼ਨ ਆਉਣ ਤੋਂ ਬਾਅਦ ਹੀ ਅਸੀਂ ਸਮਝ ਸਕਦੇ ਹਾਂ ਕਿ ਜਿਹੜਾ ਆ ਉਹਦਾ ਲਾਹਾ ਜਿਹੜੇ ਆ ਆਮ ਪੰਜਾਬੀ ਲੋਕ ਜਿਹੜੇ ਆ ਲੈ ਸਕਦੇ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਿਹੜੀ ਆ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੈ। ਸੋ ਆਪਾਂ ਅੱਜ ਇਹ ਦੱਸਦੇ ਹਾਂ ਕਿ ਜਿਹੜਾ ਪਹਿਲਾਂ ਇਹ ਐਕਟ ਜਿਹੜਾ ਸੀਗਾ, ਇਹ ਬਿੱਲ ਸੀ, ਇਹ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪੇਸ਼ ਹੋਇਆ ਸੀ, ਉੱਥੋਂ ਪਾਸ ਕਰ ਦਿੱਤਾ ਗਿਆ ਸੀ। ਪਰ ਵਿਧਾਨ ਸਭਾ ਦੇ ਵਿੱਚੋਂ ਪਾਸ ਹੋਣ ਦੇ ਨਾਲ ਉਹ ਪਾਸ ਨਹੀਂ ਸਮਝਿਆ ਜਾ ਸਕਦਾ ਜਦੋਂ ਤੱਕ ਉਹਦੇ ਉੱਤੇ ਗਵਰਨਰ ਦੇ ਸਾਈਨ ਨਹੀਂ ਹੋ ਜਾਂਦੇ। ਸਾਡੇ ਪੰਜਾਬ ਦੇ ਜੋ ਮੌਜੂਦਾ ਗਵਰਨਰ ਨੇ ਸ਼੍ਰੀਮਾਨ ਗੁਲਾਬ ਚੰਦ ਕਟਾਰੀਆ ਜੀ, ਉਹਨਾਂ ਨੇ 25 ਅਕਤੂਬਰ ਨੂੰ ਇਹਦੇ ਉੱਤੇ ਜਿਹੜਾ ਆ ਹਰੀ ਝੰਡੀ ਦੇ ਦਿੱਤੀ ਹੈ। ਉਹਨਾਂ ਨੇ ਆਪਣੇ ਸਾਈਨ ਜਿਹੜੇ ਆ, ਆਪਣੇ ਦਸਤਖਤ ਜਿਹੜੇ ਆ ਕਰ ਦਿੱਤੇ ਤੇ ਉਹਨਾਂ ਨੇ ਇੱਕ ਆਪਣੇ ਗਵਰਨਮੈਂਟ ਆਫ ਪੰਜਾਬ ਦੇ ਜਿਹੜੇ ਚੀਫ ਸੈਕਟਰੀ ਹੈਗੇ ਆ ਉਹਨਾਂ ਨੂੰ ਇੱਕ ਇੰਟੀਮੇਸ਼ਨ ਲੈਟਰ ਵੀ ਭੇਜ ਦਿੱਤਾ ਕਿ ਅਸੀਂ ਜਿਹੜਾ ਆ ਗਵਰਨਰ ਦੇ ਆਫਿਸ ਤੋਂ ਐਕਟ ਦੇ ਉੱਤੇ, ਬਿੱਲ ਦੇ ਉੱਤੇ ਸਾਈਨ ਹੋ ਚੁੱਕੇ ਆ ਤੇ ਉਹ ਬਿੱਲ ਤੋਂ ਹੁਣ ਐਕਟ ਬਣ ਚੁੱਕਾ ਆ। ਲੇਕਿਨ ਹਜੇ ਵੀ ਜਿਹੜਾ ਆ ਬਹੁਤ ਵੱਡਾ ਜਿਹੜਾ ਆ ਇਹਦੇ ਵਿੱਚ ਡਰਾਬੈਕ ਕਹਿ ਸਕਦੇ ਆ, ਜਾਂ ਕਹਿ ਸਕਦੇ ਆ ਕਿ ਆਮ ਪੰਜਾਬੀ ਲੋਕਾਂ ਨੂੰ ਜਿਨ੍ਹਾਂ ਨੇ ਪ੍ਰਾਪਰਟੀ ਖਰੀਦਣੀ ਹੈ ਉਹਨਾਂ ਨੂੰ ਹਜੇ ਵੀ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਹਜੇ ਵੀ ਜਿਹੜੀ ਐਨਓਸੀ ਦੀ ਜਿਹੜੀ ਕੰਡੀਸ਼ਨ ਹੈ ਉਹ ਇਵੇਂ ਦੇ ਤਿਵੇਂ ਜਿਹੜੀ ਆ ਅੱਜ ਵੀ ਲਾਗੂ ਹੈ, ਉਹ ਹਜੇ ਵੀ ਹਟੀ ਨਹੀਂ ਹੈ। ਕਾਰਨ ਇਹਦਾ ਇਹ ਹੈ ਕਿ ਐਕਟ ਪਾਸ ਹੋ ਜਾਣ ਤੋਂ ਬਾਅਦ ਵੀ ਜਦੋਂ ਤੱਕ ਪੰਜਾਬ ਗਵਰਨਮੈਂਟ ਦੀ ਨੋਟੀਫਿਕੇਸ਼ਨ ਨਹੀਂ ਆਉਂਦੀ ਤੇ ਉਦੋਂ ਤੱਕ ਉਹਨੂੰ ਐਕਟ ਨੂੰ ਜਾਂ ਉਸ ਕੰਡੀਸ਼ਨ ਨੂੰ ਹਟਿਆ ਹੋਇਆ ਜਾਂ ਰਿਮੂਵ ਕੀਤਾ ਹੋਇਆ ਨਹੀਂ ਸਮਝਿਆ ਜਾ ਸਕਦਾ। ਇਹਦੇ ਨਾਲ ਸਰ ਆਪਾਂ ਸੈਕਸ਼ਨ 20 ਤੇ 36 ਦੀ ਗੱਲ ਕਰਦੇ ਹਾਂ ਐਕਟ ਦੇ। ਪਹਿਲਾਂ ਐਕਟ ਦਾ ਨਾਮ ਦੱਸ ਦਿਓ ਕੀ ਐਕਟ ਦਾ ਨਾਮ। ਇਹ ਜਿਹੜੀ ਐਨਓਸੀ ਦੀ ਜਿਹੜੀ ਕੰਡੀਸ਼ਨ ਸੀ ਇਹ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਦਾ ਐਕਟ ਆ। ਉਹਦੇ ਵਿੱਚ ਸੈਕਸ਼ਨ 20 ਦੇ ਵਿੱਚ ਜਿਹੜੀ ਇਹ ਕੰਡੀਸ਼ਨ ਲਗਾਈ ਗਈ ਸੀ ਵੀ ਐਨਓਸੀ ਚਾਹੀਦੀ ਹੋਵੇਗੀ ਜਿਹੜੇ ਕਿ ਰੈਲੇਵੈਂਟ ਡਿਵੈਲਪਮੈਂਟ ਅਥਾਰਟੀਜ਼ ਹੈਗੀਆਂ ਜਾਂ ਲੋਕਲ ਬੋਡੀਜ਼ ਹੈ। ਜਿਵੇਂ ਡਿਵੈਲਪਮੈਂਟ ਅਥਾਰਟੀਜ਼ ਦੇ ਵਿੱਚ ਪੰਜਾਬ ਦੇ ਵਿੱਚ ਪੁੱਡਾ ਹੈ, ਪੰਜਾਬ ਅਰਬਨ ਜਿਹੜੀ ਡਿਵੈਲਪਮੈਂਟ ਅਥਾਰਟੀ, ਤੇ ਲੋਕਲ ਬੋਡੀਜ਼ ਦੇ ਵਿੱਚ ਅਸੀਂ ਮਿਊਨਿਸਪਲ ਕਾਰਪੋਰੇਸ਼ਨ ਦੀ ਗੱਲ ਕਰ ਸਕਦੇ ਹਾਂ। ਤੇ ਐਨਓਸੀ ਦੀ ਜ਼ਰੂਰਤ ਪੈਂਦੀ ਸੀ। ਬਟ ਹੁਣ ਕੀ ਹੈ ਕਿ ਜਿਨ੍ਹਾਂ ਲੋਕਾਂ ਨੇ ਪ੍ਰਾਪਰਟੀ ਖਰੀਦਣ ਦੇ ਲਈ, ਪ੍ਰਾਪਰਟੀ ਖਰੀਦਣ ਤੋਂ ਪਹਿਲਾਂ ਜਿਹੜੇ ਡਾਕੂਮੈਂਟ ਆਪਾਂ ਤਿਆਰ ਕਰਵਾਉਂਦੇ ਆ, ਜਿਵੇਂ ਕਿ ਸੇਲ ਡੀਡ ਕਰਨ ਤੋਂ ਪਹਿਲਾਂ ਬਿਆਨਾ ਤਿਆਰ ਕਰਾਉਂਦੇ ਆ ਆਪਾਂ, ਜਿਹਨੂੰ ਆਪਾਂ ਇੰਗਲਿਸ਼ ਵਿੱਚ ਐਗਰੀਮੈਂਟ ਟੂ ਸੇਲ ਕਹਿ ਦਿੰਦੇ ਆ। ਜੇ ਉਹ ਕਰਵਾਇਆ ਉਹ ਵੀ ਪਰ ਸਟੈਂਪ ਪੇਪਰ ਦੇ ਉੱਤੇ ਹੋਣਾ ਚਾਹੀਦਾ ਤੇ ਸਟੈਂਪ ਪੇਪਰ ਦੀ ਜਿਹੜੀ ਉਹ ਰਿਕੁਆਇਰਮੈਂਟ ਆ ਉਹ ਫੁੱਲਫਿਲ ਹੋਣੀ ਚਾਹੀਦੀ ਆ। 4000 ਰੁਪਏ ਦੇ ਸਟੈਂਪ ਪੇਪਰ ਦੇ ਉੱਤੇ ਬਿਆਨਾ ਲਿਖਿਆ ਜਾਂਦਾ ਜਿਹਨੂੰ ਵੈਲਿਡ ਜਿਹੜਾ ਮੰਨਿਆ ਜਾਂਦਾ। ਤੇ ਜੇ ਉਹ ਓਰਲ ਹੈਗਾ ਆ ਫਿਰ ਤਾਂ ਕੋਈ ਦਿੱਕਤ ਨਹੀਂ, ਓਰਲ ਵੀ ਚੱਲਦਾ ਕਿਉਂਕਿ ਕੰਟਰੈਕਟ ਐਕਟ ਦੇ ਵਿੱਚ ਕੰਟਰੈਕਟ ਨੂੰ ਆਪਾਂ ਰਿਟਨ ਜਾਂ ਓਰਲ ਦੋਨੋਂ ਹੀ ਵੈਲਿਡ ਹੁੰਦੇ ਆ। ਬਟ ਜੇ ਰਿਟਨ ਦੇ ਵਿੱਚ ਆ ਉਹ 4000 ਦੇ ਕਾਗਜ਼ ਦੇ ਉੱਤੇ ਹੋਣਾ ਚਾਹੀਦਾ। ਹੁਣ ਜਿਹੜੀ ਸੈਕੰਡ ਗੱਲ ਹੈਗੀ ਆ ਕਿ
ਜੇ ਹੋਰ ਕਿਹੜੇ ਡਾਕੂਮੈਂਟ ਹੋ ਸਕਦੇ ਜਿਹੜੇ ਪ੍ਰਾਪਰਟੀ ਦੀ ਸੇਲ ਡੀਡ ਕਰਨ ਤੋਂ ਪਹਿਲਾਂ, ਜਿਹੜੀ ਰਜਿਸਟਰੀ ਆਪਾਂ ਪੰਜਾਬੀ ਆਮ ਭਾਸ਼ਾ 'ਚ ਕਹਿ ਦਈਦੀ ਆ, ਉਹ ਰਜਿਸਟਰੀ ਕਰਨ ਤੋਂ ਪਹਿਲਾਂ ਹੋਰ ਕਿਹੜੇ ਡਾਕੂਮੈਂਟ ਹੋ ਸਕਦੇ ਆ? ਉਹ ਹੈਗੇ ਜਿੱਦਾਂ ਪਾਵਰ ਆਫ ਟੋਰਨੀ, ਜਿਹੜੀ ਜਨਰਲ ਪਾਵਰ ਆਫ ਟੋਰਨੀ, ਮੁਖਤਿਆਰਨਾਮਾ ਆਮ, ਜਿਹਦੇ ਵਿੱਚ ਅਸੀਂ ਪ੍ਰਾਪਰਟੀ ਨੂੰ ਸੇਲ ਕਰਨ ਦੇ ਜਿਹੜੇ ਅਖਤਿਆਰ ਆ, ਹੱਕ ਆ ਜਾਂ ਰਾਈਟਸ ਆ, ਉਹ ਕਿਸੇ ਆਪਣੇ ਰਿਸ਼ਤੇਦਾਰ, ਭਰਾ, ਭਾਈ, ਭੈਣ, ਦੋਸਤ ਨੂੰ ਆਪਾਂ ਦੇ ਸਕਦੇ ਆ। ਤੇ ਸਾਡੀ, ਮੈਂ ਮੰਨ ਲਓ ਮੇਰੀ ਪ੍ਰਾਪਰਟੀ ਆ, ਮੇਰੀ ਗੈਰ ਹਾਜ਼ਰੀ 'ਚ ਉਹ ਜਿਹੜਾ ਮੇਰਾ ਮੁਖਤਿਆਰ ਆਮ ਹੋਵੇਗਾ ਉਸ ਪ੍ਰਾਪਰਟੀ ਨੂੰ ਵੇਚ ਸਕਦਾ। ਜੇ ਇਹੋ ਜਿਹੇ ਕੁਝ ਡਾਕੂਮੈਂਟ ਆਪਾਂ ਤਿਆਰ ਕੀਤੇ ਹੋਏ ਆ 31 ਜੁਲਾਈ 2024 ਤੋਂ ਪਹਿਲਾਂ ਜਾਂ 19 ਤਰੀਕ ਤੱਕ। ਤੇ ਤੁਸੀਂ 31 ਜੁਲਾਈ ਦੀ ਗੱਲ ਕੀਤੀ ਹੈ, ਤਾਂ ਮੈਂ ਇੱਕ ਹੋਰ ਚੀਜ਼ ਪੁੱਛਣਾ ਚਾਹਾਂਗਾ ਕਿ ਡੇਟ ਨੂੰ ਲੈ ਕੇ ਬਹੁਤ ਕਨਫਿਊਜ਼ਨ ਹੈ। ਐਕਟ ਵਿੱਚ ਵੀ ਜਿੱਦਾਂ ਮੈਂ ਪੜਿਆ ਡੇਟ ਕਿਤੇ ਨਹੀਂ ਮੈਂਸ਼ਨ ਕੀਤੀ ਹੋਈ ਹੈ, ਸੈਕਸ਼ਨ 20 ਵਿੱਚ ਡੇਟ ਨਹੀਂ ਮੈਂਸ਼ਨ ਕੀਤੀ ਹੋਆ, ਉਹ ਕੀ ਇਸ਼ੂ ਹੈ? ਐਕਚੁਅਲੀ ਕੀ ਆ ਕਿ ਉਹਨਾਂ ਨੇ ਲਿਖਿਆ ਕਿ 31 ਐਕਟ ਦੇ ਵਿੱਚ ਇਹ ਲਿਖਿਆ ਆ ਕਿ 31 ਜੁਲਾਈ 2024 ਤੱਕ ਪਾਵਰ ਆਫ ਟੋਰਨੀ ਜਾਂ ਐਗਰੀਮੈਂਟ ਟੂ ਸੈਲ ਸਟੈਂਪ ਪੇਪਰ ਦੇ ਉੱਤੇ ਲਿਖਿਆ ਹੋਵੇ ਜਾਂ ਇਹੋ ਜਿਹਾ ਕੋਈ ਹੋਰ ਨਹੀਂ, ਡੇਟ 31 ਜੁਲਾਈ ਹੈ। ਹਾਂਜੀ, 31 ਜੁਲਾਈ ਲਿਖੀ ਹੋਈ ਆ। ਅੱਛਾ, 31 ਜੁਲਾਈ 2024 ਲਿਖੀ ਹੋਈ ਆ ਵੀ ਉਦੋਂ ਤੱਕ ਜੇ ਡਾਕੂਮੈਂਟ ਇਹ ਲਿਖਿਆ ਜਾਂਦਾ ਆ ਤੇ ਉਹਦਾ ਪਰਪਸ ਡਾਕੂਮੈਂਟ ਲਿਖਣ ਦਾ ਇਹੀ ਆ ਕਿ ਅਸੀਂ ਕੱਲ ਨੂੰ ਜਾ ਕੇ ਰਜਿਸਟਰੀ ਕਰਨੀ ਆ। ਨਾਲੇ ਕਹਿੰਦੇ ਸੀ 2 ਨਵੰਬਰ, ਪਤਾ ਨਹੀਂ 2 ਸਤੰਬਰ, ਪਤਾ ਨਹੀਂ ਇਹੋ 2 ਤਰੀਕ ਤੱਕ ਕਿਤੇ ਇਹੋ ਜੀ ਐਕਟ ਦੇ ਵਿੱਚ 2 ਨਵੰਬਰ ਜਾਂ 3 ਨਵੰਬਰ ਵਰਗੀ ਗੱਲ ਕੋਈ ਨਹੀਂ ਲਿਖੀ। ਸਿਰਫ ਉਹਦੇ ਵਿੱਚ 31 ਜੁਲਾਈ 2024 ਲਿਖੀ ਹੋਈ ਆ। 2024 ਦੀ 31 ਜੁਲਾਈ ਤੱਕ ਜੇ ਇਹੋ ਜਿਹੇ ਡਾਕੂਮੈਂਟ ਜਿਹੜੇ ਸੇਲ ਡੀਡ ਜਾਂ ਰਜਿਸਟਰੀ ਤੋਂ ਪਹਿਲਾਂ ਲਿਖੇ ਜਾਂਦੇ, ਜਿਵੇਂ ਪਾਵਰ ਆਫ ਟੋਰਨੀ ਜਾਂ ਐਗਰੀਮੈਂਟ ਟੂ ਸੈਲ, ਜਿਹਨੂੰ ਆਪਾਂ ਬਿਆਨਾ ਵੀ ਕਹਿ ਦਿੰਦੇ, ਜੇ ਉਹ 31 ਜੁਲਾਈ ਤੱਕ ਲਿਖੇ ਗਏ ਆ ਤਾਂ ਫਿਰ ਇੱਕ ਰਾਈਟ ਦਿੱਤਾ ਗਿਆ ਆ ਕਿ ਜਿਹੜਾ ਖਰੀਦਦਾਰ ਆ ਉਹਨੂੰ ਹੁਣ ਰਜਿਸਟਰੀ, ਆਪਣੀ ਸੇਲ ਡੀਡ ਨੂੰ ਰਜਿਸਟਰਡ ਕਰਾਉਣ ਲਈ, ਯਾਨੀ ਸੇਲ ਡੀਡ ਦੀ ਰਜਿਸਟਰੀ ਕਰਾਉਣ ਲਈ ਉਹਨੂੰ ਐਨਓਸੀ ਦੀ ਜ਼ਰੂਰਤ ਨਹੀਂ ਪਵੇਗੀ। ਪਰ ਉਹ ਜਿਹੜੀ ਐਗਜ਼ੈਂਪਸ਼ਨ ਦਿੱਤੀ ਗਈ ਆ, ਜਿਹੜੀ ਆਪਣੇ ਐਨਓਸੀ ਦੀ ਮਾਫੀ ਦਿੱਤੀ ਗਈ ਆ, ਇਹ ਕੁਝ ਟਾਈਮ ਪੀਰੀਅਡ ਦੇ ਲਈ ਦਿੱਤੀ ਗਈ ਆ। ਇਹ ਸਦਾ ਲਈ ਨਹੀਂ ਆ ਵੀ ਸਦਾ ਲਈ ਆ, ਇਹ ਕੁਝ ਟਾਈਮ ਪੀਰੀਅਡ ਦੇ ਲਈ ਦਿੱਤੀ ਗਈ ਆ। ਤੇ ਜਿਹੜਾ ਟਾਈਮ ਪੀਰੀਅਡ ਹਜੇ ਦੱਸਿਆ ਨਹੀਂ ਆ ਐਕਟ ਦੇ ਵਿੱਚ, ਕਿਤੇ ਵੀ ਇਹ ਮੈਂਸ਼ਨ ਨਹੀਂ ਆ ਵੀ ਕਿੱਥੋਂ ਲੈ ਕੇ ਕਿੰਨੀ ਡੇਟ ਤੱਕ ਜਿਹੜੀ ਆ ਇਹ ਐਨਓਸੀ ਦੀ ਜਿਹੜੀ ਕੰਡੀਸ਼ਨ ਆ ਇਹਨੂੰ ਮਾਫ ਕੀਤਾ ਗਿਆ। ਅੱਛਾ, ਤਾਂ ਮਤਲਬ ਅਗਰ ਮੇਰੀ ਸੇਲ ਡੀਡ ਹੈਗੀ ਆ 31 ਜੁਲਾਈ ਤੋਂ ਪਹਿਲਾਂ ਦੀ, ਮੇਰੇ ਕੋਲ ਐਦਾਂ ਨਹੀਂ ਹੈ ਕਿ ਮੇਰੇ ਕੋਲ 5 ਸਾਲ ਪਏ ਆ, ਮੈਂ ਜਦ ਮਰਜ਼ੀ ਕਰਾਵਾਂ। ਨਹੀਂ, ਬਿਆਨਾ ਕਹਿੰਦੇ ਮੈਂ। ਹਾਂਜੀ, ਬਿਆਨਾ ਜੇ ਤੁਹਾਡਾ 31 ਜੁਲਾਈ ਤੱਕ ਆ, 31 ਜੁਲਾਈ ਤੋਂ ਪਹਿਲਾਂ ਜਾਂ 31 ਜੁਲਾਈ ਤੱਕ ਤੁਸੀਂ ਲਿਖਿਆ ਆ ਤੇ ਉਸ ਤੋਂ ਬਾਅਦ ਤੁਸੀਂ ਸੇਲ ਡੀਡ ਕਰਾਣੀ ਆ। ਸੇਲ ਡੀਡ, ਪਹਿਲੀ ਗੱਲ ਤਾਂ ਹਜੇ ਤੱਕ ਕੋਈ ਉਹਨਾਂ ਨੇ ਟਾਈਮ ਨਹੀਂ ਦੱਸਿਆ ਵੀ ਇੰਨੀ ਤਰੀਕ ਤੋਂ ਲੈ ਕੇ ਇੰਨੀ ਤਰੀਕ ਤੱਕ ਤੁਸੀਂ ਐਨਓਸੀ ਦੀ ਜ਼ਰੂਰਤ ਨਹੀਂ ਆ, ਉਹ ਹਜੇ ਆਣੀ ਆ ਡੇਟ। ਉਹ ਲਿਖਿਆ ਹੋਇਆ ਐਕਟ ਵਿੱਚ ਲਿਖਿਆ ਵੀ ਔਨ ਫਰੋਮ ਸੱਚ ਡੇਟ ਜਾਂ ਅਪ ਟੂ ਸੱਚ ਡੇਟ ਐਜ਼ ਨੋਟੀਫਾਈਡ ਬਾਈ ਦੀ ਪੰਜਾਬ ਗਵਰਨਮੈਂਟ। ਹੁਣ ਗਵਰਨਮੈਂਟ ਆਫ ਪੰਜਾਬ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਨੀ ਆ ਜਿਹਦੇ ਵਿੱਚ ਇੱਕ ਟਾਈਮ ਦਾ ਵਕਫਾ ਦੱਸਿਆ ਜਾਵੇਗਾ ਕਿ ਇੰਨੀ ਸਮੇਂ ਤੋਂ ਲੈ ਕੇ ਇੰਨੇ ਸਮੇਂ ਦੇ ਵਿੱਚ ਐਨਓਸੀ ਦੀ ਜ਼ਰੂਰਤ ਨਹੀਂ ਹੋਵੇਗੀ। ਜਿਹੜੇ ਕਿ ਡਾਕੂਮੈਂਟ, ਜਿਨ੍ਹਾਂ ਦੇ ਬਾਰੇ ਜਿਹੜੇ ਡਾਕੂਮੈਂਟ, ਪ੍ਰੀਲਿਮਿਨਰੀ ਡਾਕੂਮੈਂਟ ਆ ਪਾਵਰ ਆਫ ਟੋਰਨੀ ਜਾਂ ਐਗਰੀਮੈਂਟ ਟੂ ਸੈਲ 31 ਜੁਲਾਈ ਤੱਕ ਲਿਖੇ ਗਏ। ਮਤਲਬ ਪਰ ਜਿਹੜਾ ਬਿਆਨਾ ਹੈ ਉਹ 31 ਜੁਲਾਈ ਤੋਂ ਪਹਿਲਾਂ ਹੀ ਹੋਣਾ ਚਾਹੀਦਾ। 31 ਜੁਲਾਈ ਤੋਂ ਪਹਿਲਾਂ ਹੋਣਾ ਚਾਹੀਦਾ। ਬਿਆਨਾ ਜਾਂ ਪਾਵਰ ਆਫ ਟੋਰਨੀ ਉਹ 31 ਜੁਲਾਈ ਤੋਂ ਪਹਿਲਾਂ ਹੋਣੇ ਚਾਹੀਦੇ ਆ, ਜਾਂ 31 ਜੁਲਾਈ ਤੱਕ, ਅਪ ਟੂ 31 ਜੁਲਾਈ। 31 ਜੁਲਾਈ ਨੂੰ ਵੀ ਲਿਖਿਆ ਹੋਵੇ, ਠੀਕ ਹੈ, ਉਹ ਇਸ਼ੂ ਨਹੀਂ ਆ। ਜਦੋਂ ਰਜਿਸਟਰੀ ਕਰਾਣੀ ਆ, ਰਜਿਸਟਰੀ ਦੇ ਲਈ ਐਨਓਸੀ ਕਿੰਨੀ ਦੇਰ ਤੱਕ ਮਾਫ ਕੀਤੀ, ਉਹ ਹਜੇ ਡੇਟ ਨਹੀਂ ਆਈ ਹੈਗੀ, ਉਹ ਨੋਟੀਫਾਈ ਹਜੇ ਹੋਣੀ ਆ। ਮੰਨ ਲਓ ਉਹ ਨੋਟੀਫਾਈ ਹੋ ਗਈ, ਮੰਨ ਲਓ ਉਹ ਕਹਿ ਦਿੱਤਾ ਕਿ ਅੱਜ ਨੋਟੀਫਿਕੇਸ਼ਨ ਆਈ ਤੇ 28 ਅਕਤੂਬਰ ਆ ਅੱਜ, ਤੇ 28 ਅਕਤੂਬਰ ਤੋਂ ਲੈ ਕੇ ਮੰਨ ਲਓ ਕਹਿ ਦਿੱਤਾ ਕਿ 25 ਜਨਵਰੀ 2025 ਤੱਕ ਜਿਹੜੇ ਵੀ ਬੰਦੇ ਇਹਦੀ ਆਪਣੇ ਰਜਿਸਟਰੀ ਕਰਾਣੀ ਚਾਹੁੰਦੇ ਆ ਉਹ ਰਜਿਸਟਰੀ ਕਰਾ ਸਕਦੇ ਆ, ਜਿਹਦੇ ਬਾਰੇ ਉਹਨਾਂ ਨੇ ਕੋਈ ਪਾਵਰ ਆਫ ਟੋਰਨੀ ਜਾਂ ਐਗਰੀਮੈਂਟ ਟੂ ਸੈਲ 31 ਜੁਲਾਈ ਤੱਕ ਲਿਖਿਆ ਹੋਇਆ, ਉਹ ਬੰਦੇ ਜਿਹੜੇ ਆ ਇਹਦੀ ਰਜਿਸਟਰੀ ਕਰਾ ਸਕਦੇ। ਇੱਕ ਕੰਡੀਸ਼ਨ ਹੋਰ ਆ ਜਿਹੜੀ ਇਹਦੇ ਲਈ ਆ ਕਿ ਰਜਿਸਟਰੀ ਉਹੀ ਬੰਦੇ ਕਰਾ ਸਕਦੇ ਆ ਜਿਨ੍ਹਾਂ ਦਾ ਪਲਾਟ 500 ਗੱਜ ਤੱਕ ਆ, 500 ਸਕੁਅਰ ਯਾਰਡ ਤੱਕ ਆ। ਜਿਹੜੇ ਉਹਦੇ ਤੋਂ ਵੱਧ ਵਾਲੇ ਆ ਉਹ ਨਹੀਂ ਐਗਜ਼ੈਂਪਟਡ ਹੈਗੇ, ਉਹਨਾਂ ਨੂੰ ਐਨਓਸੀ ਫਿਰ ਵੀ ਲੈਣੀ ਪਏਗੀ। ਜਾਣੀ ਇੱਥੇ ਸਮਾਲ ਪਲਾਟ ਹੋਲਡਰਸ ਨੂੰ ਹੀ ਜਿਹੜਾ ਆ ਮਤਲਬ ਰਾਹਤ ਦਿੱਤੀ ਗਈ ਆ, ਤੇ ਜਿਹੜੇ ਛੋਟੇ ਜ਼ਿਮੀਂਦਾਰ ਜਾਂ ਕਹਿ ਲਓ ਜਾਂ ਛੋਟੇ ਜਿਹੜੇ ਪ੍ਰਾਪਰਟੀ ਓਨਰਸ ਆ ਉਹਨਾਂ ਦੇ ਲਈ ਇਹ ਰਾਹਤ ਆ। ਜੇ ਤੁਸੀਂ ਕਹੋ ਵੀ ਕਿਸੇ ਕੋਲੋਂ 1 ਕਨਾਲ ਦਾ ਪਲਾਟ ਆ ਤੇ ਉਹ ਜਾ ਕੇ ਕਰਾਵੇ ਤਾਂ ਇਦਾਂ ਨਹੀਂ ਹੋਵੇਗਾ। ਇੱਕ ਐਕਟ ਵਿੱਚ ਹੋਰ ਗੱਲ ਲਿਖੀ ਹੋਈ ਹੈ ਡਿਵੀਜ਼ਨ ਵਾਲੀ,
ਸਬਸੀਕੁਐਂਟ ਸੇਲ ਡੀਡ ਵਾਸਤੇ ਉਹਦੇ ਬਾਰੇ ਹਾਂ, ਵੀ ਥੋੜਾ ਉਹਦੇ ਚ ਇਦਾਂ ਵੀ ਜਿੱਦਾਂ ਹੁਣ ਮੰਨ ਲਓ ਕਿ ਐਕਟ ਪਾਸ ਹੋ ਗਿਆ, ਐਕਟ ਪਾਸ ਹੋਣ ਤੋਂ ਬਾਅਦ ਨੋਟੀਫਿਕੇਸ਼ਨ ਵੀ ਆ ਗਈ। ਮੰਨ ਲਓ ਅੱਜ 25 ਅਕਤੂਬਰ ਨੂੰ ਐਕਟ ਪਾਸ ਹੋਇਆ, 28 ਅਕਤੂਬਰ ਨੂੰ ਨੋਟੀਫਿਕੇਸ਼ਨ ਆ ਗਈ, ਮੰਨ ਲਓ 1 ਮਿੰਟ ਲਈ ਹਜੇ ਆਈ ਨਹੀਂ ਹੈ, ਉਹ ਆ ਜਾਂਦੀ 25 ਜਨਵਰੀ 2025 ਤੱਕ ਦਾ ਟਾਈਮ ਦੇ ਦਿੱਤਾ ਮੰਨ ਲਓ। ਉਹਦੇ ਦੌਰਾਨ ਹੀ ਅਕਤੂਬਰ ਤੋਂ ਮੰਨ ਲਓ ਨਵੰਬਰ ਮਹੀਨੇ ਚ ਕੋਈ ਰੀਸੇਲ ਡੀਡ ਹੋ ਜਾਂਦੀ ਆ। ਸੇਲ ਡੀਡ ਹੋ ਗਈ, ਇੱਕ ਪ੍ਰਾਪਰਟੀ ਜਿਹੜੀ ਸੀ ਉਹ ਅੱਗੇ ਸੇਲ ਹੋ ਗਈ, ਤੇ ਹੁਣ ਉਹ ਇੱਕ ਸੇਲ ਡੀਡ ਹੋਈ ਆ, ਹੁਣ ਸਬਸੀਕੁਐਂਟ ਉਹਦੀ ਜਾਨੀ ਸੈਕੰਡ ਟਾਈਮ ਸੇਲ ਕੀਤੀ ਜਾਂਦੀ ਆ। ਜਿੰਨਾ ਟਾਈਮ ਪੀਰੀਅਡ ਸੀਗਾ ਐਨਓਸੀ ਦਾ ਉਹ ਵੀ ਖਤਮ ਹੋ ਗਿਆ। ਉਹ ਖਤਮ ਹੋਣ ਤੋਂ ਬਾਅਦ ਜਦੋਂ ਸਬਸੀਕੁਐਂਟ ਸੇਲ ਡੀਡ ਕੀਤੀ ਜਾਊਗੀ ਤਾਂ ਉਹਦੇ ਲਈ ਵੀ ਐਨਓਸੀ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਲਿਖਿਆ ਹੋਇਆ ਐਕਟ ਦੇ ਵਿੱਚ ਵੀ ਇੱਕ ਵਾਰੀ ਐਨਓਸੀ ਤੋਂ ਬਗੈਰ ਸੇਲ ਡੀਡ ਹੋ ਗਈ, ਜਦੋਂ ਉਹਦੇ ਸਬਸੀਕੁਐਂਟਲੀ ਹੋਰ ਸੇਲ ਡੀਡ ਕਰਨੀ ਆ, ਅੱਗੇ ਦੀ ਅੱਗੇ ਓਨਰ ਚੇਂਜ, ਟਾਈਟਲ ਚੇਂਜ ਹੁੰਦਾ ਆ, ਤੇ ਉਹਦੇ ਵਿੱਚ ਵੀ ਜਿਹੜੀ ਆ ਐਨਓਸੀ ਦੀ ਜ਼ਰੂਰਤ ਨਹੀਂ ਪਵੇਗੀ। ਬਸ ਉਹਦੇ ਚ ਇੱਕ ਕੰਡੀਸ਼ਨ ਆ ਕਿ ਉਹ ਪ੍ਰਾਪਰਟੀ ਦੀ ਜਿਹੜੀ ਆ ਪਾਰਟੀਸ਼ਨ ਨਾ ਹੋਈ ਹੋਵੇ, ਜਾਂ ਪ੍ਰਾਪਰਟੀ ਦੀ ਜਿਹੜੀ ਡਿਵੀਜ਼ਨ ਉਹ ਨਾ ਹੋਈ ਹੋਵੇ। ਤੇ ਇਹ ਆ ਵੀ ਜੇ ਉਹ ਪ੍ਰਾਪਰਟੀ ਦੀ ਡਿਵੀਜ਼ਨ ਹੋ ਗਈ, ਮੰਨ ਲਓ ਇੱਕ ਬੰਦੇ ਦਾ ਪਲਾਟ ਸੀ 500 ਸਕੁਅਰ ਯਾਰਡ ਦਾ ਪਲਾਟ ਸੀਗਾ, ਉਹਨੇ 500 ਸਕੁਅਰ ਯਾਰਡ ਦੇ ਪਲਾਟ ਨੂੰ 4 ਛੋਟੇ ਛੋਟੇ ਪਲਾਟਾਂ ਦੇ ਵਿੱਚ ਕੱਟ ਦਿੱਤਾ, ਠੀਕ ਆ, ਵਿੱਚੋਂ ਉਹਨੇ ਰਸਤੇ ਕੱਢ ਦਿੱਤੇ। ਤੇ ਇਹਦਾ ਮਤਲਬ ਆ ਵੀ ਪੁੱਡਾ ਨੇ ਜਿਹੜੀ ਪੁੱਡਾ ਦੀ ਰਿਕੁਆਇਰਮੈਂਟ ਆ ਕਿ 20 ਫੁੱਟ ਦਾ ਘੱਟੋ ਘੱਟ ਰੋਡ ਹੋਣਾ ਚਾਹੀਦਾ ਮੰਨ ਲਓ, ਤੇ ਉਹਦੇ ਵਿੱਚੋਂ 20 ਫੁੱਟ ਦਾ ਰੋਡ ਜੇ ਕੱਢ ਦੇਵੇ ਤਾਂ ਉਹ ਪਲਾਟ ਬਿਲਕੁਲ ਛੋਟੇ ਛੋਟੇ ਰਹਿ ਜਾਣੇ। ਇਸ ਕਰਕੇ ਉਹਨੇ ਬਿਲਕੁਲ 8 ਫੁੱਟ ਦਾ ਜਾਂ 10 ਫੁੱਟ ਦਾ ਜਿਹੜੀ ਆ ਗਲੀ ਕੱਢੀ, ਇੱਕ ਸਟਰੀਟ ਕੱਢੀ ਆ। ਤੇ ਜਦੋਂ ਇੰਨੀ ਕੁ ਗਲੀ ਕੱਢਣੀ ਆ ਤੇ ਉਹ ਪੁੱਡਾ ਦੀ ਰਿਕੁਆਇਰਮੈਂਟ ਪੂਰੀਆਂ ਨਹੀਂ ਹੋਣੀਆਂ, ਠੀਕ ਆ ਨਾ। ਤੇ ਪੁੱਡਾ ਨੇ ਸਿਰਫ ਇੰਨੀ ਗੱਲ ਕਹੀ ਆ ਵੀ ਜਿਹੜੀ ਇੱਕ ਵਾਰ ਐਨਓਸੀ ਜਿਹੜੀ ਆ ਉਹ ਜਿੰਨਾ ਟਾਈਮ ਪੀਰੀਅਡ ਅਸੀਂ ਦਵਾਂਗੇ ਨੋਟੀਫਿਕੇਸ਼ਨ 'ਚ, ਉਨੇ ਟਾਈਮ ਪੀਰੀਅਡ ਦੇ ਦੌਰਾਨ ਜੇ ਐਨਓਸੀ ਜੇ ਸੇਲ ਡੀਡ ਕਰਨੀ ਆ ਉਹ ਐਨਓਸੀ ਤੋਂ ਬਗੈਰ ਹੋ ਸਕਦੀ ਆ। ਬਟ ਜੇ ਸਬਸੀਕੁਐਂਟ ਅਸੀਂ ਸੇਲ ਡੀਡ ਉਹ ਸਮਾਂ ਲੰਘਣ ਤੋਂ ਬਾਅਦ ਸਬਸੀਕੁਐਂਟ ਸੇਲ ਡੀਡ ਕਰਨੀ ਆ ਤੇ ਉਹ ਅਨਡਿਵਾਈਡਡ ਪ੍ਰਾਪਰਟੀ ਤੇ ਤਾਂ ਹੋ ਸਕਦੀ ਆ ਐਨਓਸੀ ਤੋਂ ਬਗੈਰ, ਪਰ ਜੇ ਉਹਦੇ ਵਿੱਚ ਡਿਵੀਜ਼ਨ ਕਰ ਦਿੱਤੀ ਫੇਰ ਨਹੀਂ ਹੋਣੀ। ਤੇ ਹੁਣ ਆਪਾਂ ਸਜ਼ਾ ਦੀ ਵੀ ਗੱਲ ਕਰਨ ਦੇ, ਕਹਿੰਦੇ ਸਜ਼ਾ ਵੀ ਬਹੁਤ ਵਧਾਈ ਹੈ। ਸੈਕਸ਼ਨ 36 ਵਿੱਚ ਵੀ ਅਮੈਂਡਮੈਂਟ ਕੀਤੀ ਆ, ਜਿਹਦੇ ਵਿੱਚ ਲਿਖਿਆ ਗਿਆ ਕਿ ਸੈਕਸ਼ਨ 5 ਆ, ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ, ਜਿਹਨੂੰ ਪਾਪਰਾ ਵੀ ਕਹਿ ਦਿੰਦੇ ਆ ਆਪਾਂ, ਸ਼ਾਰਟ ਫਾਰਮ ਚ ਪਾਪਰਾ ਐਕਟ ਕਹਿ ਦਿੰਦੇ ਆ। ਪਾਪਰਾ ਦੇ ਸੈਕਸ਼ਨ 5 ਦੇ ਵਿੱਚ ਕੁਝ ਕੰਡੀਸ਼ਨਸ ਲਿਖੀਆਂ ਹੋਈਆਂ ਆ ਕਿ ਜਿਹੜੇ ਪ੍ਰਮੋਟਰਸ ਆ ਜਾਂ ਏਜੰਟਸ ਆ, ਜਿਹੜੇ ਪ੍ਰਾਪਰਟੀ ਐਡਵਾਈਜ਼ਰ ਆ, ਉਹ ਜਦੋਂ ਵੀ ਕਾਲੋਨੀ ਕੋਈ ਉਹਨਾਂ ਨੇ ਮਤਲਬ ਕਾਲੋਨੀ ਦਾ ਇਨਫਰਾਸਟ੍ਰਕਚਰ ਕ੍ਰੀਏਟ ਕਰਨਾ ਜਾਂ ਕੱਟਣੀ ਚਾਹੁੰਦੇ ਆ, ਤੇ ਉਹਦੇ ਸੈਕਸ਼ਨ 5 ਵਿੱਚ ਕੰਡੀਸ਼ਨਸ ਆ, ਜੇ ਕੋਈ ਉਹਦੀ ਕੰਡੀਸ਼ਨ ਦੀ ਵਾਇਓਲੇਸ਼ਨ ਕਰਦਾ ਜਾਂ ਉਸ ਵਿੱਚ ਕੰਡੀਸ਼ਨਸ ਲਿਖੀਆਂ ਨੂੰ ਕੰਪਲਾਈ ਕਰਨ ਦੇ ਵਿੱਚ ਫੇਲ ਹੋ ਜਾਂਦਾ, ਤੇ ਉਹਦੇ ਵਿੱਚ ਜਿਹੜੀ ਆ ਇੰਪ੍ਰਿਜ਼ਨਮੈਂਟ ਵੀ ਆ, ਜੇਲ੍ਹ ਵੀ ਹੋ ਸਕਦੀ ਆ, ਤੇ ਫਾਈਨ ਵੀ ਹੋ ਸਕਦਾ। ਬਟ ਇਹਦੇ ਵਿੱਚ ਇਹ ਆ ਕਿ ਜਿਹੜਾ ਇੰਪ੍ਰਿਜ਼ਨਮੈਂਟ ਆ ਉਹ ਉਹਨਾਂ ਨੇ ਵਧਾ ਕੇ ਹੁਣ ਘੱਟੋ ਘੱਟ 5 ਸਾਲ ਤੇ ਇਹਨੂੰ 10 ਸਾਲ ਤੱਕ ਜਿਹੜੀ ਸਜ਼ਾ ਹੋ ਸਕਦੀ ਹੈ। ਜੇ ਕਨਵਿਕਸ਼ਨ ਹੋ ਗਈ ਤਾਂ ਉਹਨੂੰ ਸਜ਼ਾ ਕਿੰਨੀ ਕੱਟਣੀ ਪੈ ਸਕਦੀ, ਘੱਟੋ ਘੱਟ ਜੇ ਮੰਨ ਲਓ ਸਜ਼ਾ ਹੋ ਗਈ 5 ਸਾਲ ਤਾਂ ਹੋਣੀ ਹੀ ਹੋਣੀ ਹਾਂ, ਹੈ, ਇਹ ਤੇ ਨਹੀਂ 10 ਸਾਲ ਤੱਕ ਵੱਧ ਵੀ ਸਕਦੀ ਹੈ। ਉਹਨੂੰ ਸਜ਼ਾ ਇਹ ਨਹੀਂ ਹੋ ਸਕਦੀ ਵੀ 1 ਸਾਲ ਦੀ ਹੋ ਜਾਵੇ, 2 ਸਾਲ ਦੀ। ਹਾਂ, ਜੇ ਉਹ ਗਿਲਟੀ ਫਾਈਂਡ ਹੋ ਜਾਂਦਾ, ਗਿਲਟੀ ਉਹ ਵੀ ਫਾਈਂਡਿੰਗ ਇਹ ਆ ਜਾਂਦੀ ਵੀ ਇਹ ਗਿਲਟੀ ਆ, ਤਾਂ ਘੱਟੋ ਘੱਟ 5 ਸਾਲ ਦੀ ਸਜ਼ਾ ਹੋਣੀ ਹੈ, ਤੇ ਉਹ ਵੱਧ ਕੇ 6 ਸਾਲ 7 ਸਾਲ 8 ਸਾਲ 10 ਸਾਲ ਤੱਕ ਜਾ ਸਕਦੀ ਹੈ। ਸੈਕੰਡਲੀ ਜਿਹੜਾ ਆ ਘੱਟੋ ਘੱਟ ਜੁਰਮਾਨਾ 25 ਲੱਖ ਦਾ, ਘੱਟੋ ਘੱਟ। ਜੇ ਇੱਕ ਵਾਰੀ ਗਿਲਟੀ ਆ ਗਿਆ, ਸਾਬਿਤ ਹੋ ਗਿਆ ਵੀ ਇਹ ਬੰਦਾ ਕਲਪਰੇਟ ਆ, ਇਹਨੇ ਜੁਰਮ ਕੀਤਾ, ਉਹਦੇ ਵਿੱਚ 25 ਲੱਖ ਦਾ ਜੁਰਮਾਨਾ ਪੈਣਾ ਹੀ ਪੈਣਾ। ਉਹ ਵੱਧ ਕੇ ਜਿਹੜਾ ਆ 25 ਲੱਖ ਤੋਂ 1 ਕਰੋੜ 2 ਕਰੋੜ 3 ਕਰੋੜ 5 ਕਰੋੜ ਤੱਕ, ਮੈਕਸਿਮਮ 5 ਕਰੋੜ ਤੱਕ ਜਾ ਸਕਦਾ। ਬਟ ਆਪਾਂ ਪਿਛਲੀ ਵੀਡੀਓਜ਼ ਵੀ ਇਹ ਗੱਲ ਕੀਤੀ ਸੀ ਕਿ ਰਿਕਵਰੀ ਜਿਹੜੀ 5 ਕਰੋੜ ਦੀ, ਇਹ ਇੱਕ ਲੋਹੇ ਦੇ ਚਣੇ ਚਬਾਣ ਦੇ ਬਰਾਬਰ ਹੋਵੇਗਾ, ਇੱਕ ਹਰਕਲੀਜ਼ ਟਾਸਕ ਹੋਵੇਗੀ ਇਹ, ਕਿ ਇੱਕ 5 ਕਰੋੜ ਦੀ ਰਿਕਵਰੀ ਜਦੋਂ ਕਰਾਉਣ ਦੀ ਵਾਰੀ ਆਉਂਦੀ ਆ, ਤੇ ਜਿਹੜੇ ਬੰਦੇ ਹੈਗੇ ਆ ਮਤਲਬ ਜੇ ਤਾਂ ਉਹਦੇ ਕੋਲ ਪ੍ਰਾਪਰਟੀ ਹੈ ਤਾਂ ਕੋਈ ਇਸ਼ੂ ਨਹੀਂ ਹੈ, ਤੇ ਅਦਰਵਾਈਜ਼ ਉਹ ਬੰਦਾ ਕਹਿੰਦਾ ਮੈਨੂੰ ਜੇਲ੍ਹ ਭੇਜ ਦਿਓ, ਮੇਰੇ ਕੋਲ ਪ੍ਰਾਪਰਟੀ ਕੋਈ ਨਹੀਂ, ਮੇਰੇ ਤੋਂ ਨਾ ਪੈਸਾ, ਕਿੱਦਾਂ ਰਿਕਵਰ ਕਰਾਉਂਗੇ। ਤੇ ਇਹ ਬੜੀ ਇੱਕ ਵੱਡੀ ਚੁਣੌਤੀ ਆ ਜਿਹੜੀ ਕੋਰਟਸ ਦੇ ਵਿੱਚ ਆਮ ਦੇਖਣ ਨੂੰ ਮਿਲਦੀ ਹੈ। ਪਰ ਚਲੋ ਘੱਟੋ ਘੱਟ ਅਗਲੇ ਨੂੰ ਡਰ ਤਾਂ ਹੈ ਕਿ ਮੈਨੂੰ ਪੈਸੇ ਵੀ ਦੇਣੇ ਪੈ ਸਕਦੇ ਆ। ਡੈਟਰੈਂਟ ਪ੍ਰੋਵੀਜ਼ਨ ਬਣਾਤੀ ਹੁਣ, 5 ਸਾਲ ਦੀ ਘੱਟੋ ਘੱਟ ਸਜ਼ਾ, ਤੇ 25 ਲੱਖ ਵੀ ਬਹੁਤ ਹੁੰਦਾ, ਘੱਟੋ ਘੱਟ 25 ਲੱਖ ਦਾ ਜੁਰਮਾਨਾ ਪੈਣਾ ਹੀ ਆ। ਉਹ ਤੋਂ ਘੱਟ ਆਥੋਰਾਈਜ਼ਡ ਹੀ ਨਹੀਂ, ਜਿਹੜਾ ਵੀ ਓਨਰੇਬਲ ਕੋਰਟ ਹੋਏਗੀ ਜਿਹੜੀ ਸਜ਼ਾ ਸੁਣਾਏਗੀ ਜਾਂ ਹਨਾ, ਉਹਦੇ ਕੋਲੋਂ ਇਸ ਤੋਂ ਘੱਟ ਸਜ਼ਾ ਕਰਨ ਦਾ ਤਾਂ ਪ੍ਰਾਵਧਾਨ ਹੈ ਹੀ ਨਹੀਂ।
ਮਤਲਬ ਜੇ ਫੜੇ ਗਏ ਤਾਂ ਸੋਚ ਕੇ ਚੱਲੋ ਕਿ 25 ਲੱਖ ਤਾਂ ਦੇਣਾ ਹੀ ਪੈਣਾ, 25 ਲੱਖ ਦੇਣਾ ਪੈਣਾ ਤੇ 5 ਸਾਲ ਦੀ ਸਜ਼ਾ ਵੀ ਕੱਟਣੀ ਪੈਣੀ ਹੈ। ਕੱਟਣੀ ਪੈਣੀ ਹੈ। ਤੇ ਇਹ ਸੀ ਗੱਲ। ਹੁਣ ਇਹ ਤੋਂ ਇਲਾਵਾ ਜਿਹੜੀ ਆ ਆਪਾਂ ਇਹ ਵੀ ਕਹਿ ਸਕਦੇ ਆ ਕਿ ਜਿਹੜਾ ਨੋਟੀਫਿਕੇਸ਼ਨ ਜਦ ਤੱਕ ਨਹੀਂ ਆਉਂਦੀ ਉਦ ਤੱਕ ਇਹ ਨਾ ਸਮਝਿਆ ਜਾਵੇ ਕਿ ਹੁਣ ਐਨਓਸੀ ਦੀ ਲੋੜ ਨਹੀਂ ਆ। ਹਜੇ ਵੀ ਐਨਓਸੀ ਦੀ ਕੰਡੀਸ਼ਨ ਇਵੇਂ ਹੀ ਬਰਕਰਾਰ ਆ ਜਿੱਦਾਂ ਪਹਿਲਾਂ ਸੀ। ਇਲੈਕਸ਼ਨ ਆ ਗਿਆ, ਆ ਜਾਣੀ ਨੋਟੀਫਿਕੇਸ਼ਨ ਹੁਣ ਤਾਂ। ਬਸ ਮੈਨੂੰ ਇਹ ਲੱਗਦਾ ਵੀ ਇਲੈਕਸ਼ਨ ਕਰਕੇ ਹੀ ਜਿਹੜੀ ਆ ਐਕਟ ਨੂੰ ਪਾਸ ਕੀਤਾ। ਇਹ ਵੀ ਗੱਲਾਂ ਹੋ ਜਾਂਦੀਆਂ। ਜਦੋਂ ਪਿਛਲੀ ਵਾਰ ਇਲੈਕਸ਼ਨ ਸੀ, ਐਮਪੀ ਦੇ ਇਲੈਕਸ਼ਨ ਸੀ, ਉਦੋਂ ਵੀ ਜਿਹੜਾ ਆ ਇਹਨਾਂ ਨੇ ਕਾਫੀ ਸਰਕਾਰਾਂ ਕਰਦੀਆਂ, ਹਰ ਕੋਈ ਸਰਕਾਰ ਕਰਦੀ ਹੈ, ਹਰ ਕੋਈ ਸਰਕਾਰ ਕਰਦੀ ਹੈ। ਇੱਕ ਵਾਰੀ ਰਾਹਤ ਇੰਦੋਰੀ ਸਾਹਿਬ ਦਾ ਇੱਕ ਸ਼ੇਅਰ ਸੀ कि बॉर्डर पे जो सरहद पे तनाव है, जरा पता करो कहीं पे चुनाव है। तो उन्होंने ये गल जिहड़ी आ वो कीती सी ते मैनूं बहुत वधिया उन्हां दी शेरो शायरी लगदी सी। वो सरकार दे उत्ते बहुत जिहड़े व्यंग कसदे सी, वधिया उन्हां दी शेरो शायरी सी। वो सरकार जिहड़ी आ ओहदे तों उन्हां दे शेरां तों थोड़ा बच के रहिंदी सी, अपने आप नूं बचा के रखदी सी। बट इहो जे महान शख्सियत जिहड़े राहत इंदौरी साहब सानूं कोविड-19 ਦੀ ਭੇਂਟ ਚੜ ਗਏ। ਮੈਨੂੰ ਇਸ ਗੱਲ ਦਾ ਦੁੱਖ ਵੀ ਹੈ। ਚਲੋ ਐਨੀ ਹਾਊ ਇਹ ਡਿਸਕਸ਼ਨ ਸਾਡੀ ਬੜੀ ਫਰੂਟਫੁਲ ਰਹੀ ਆ। ਬਾਕੀ ਇਹਦੇ ਬਾਰੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਹਦੇ ਬਾਰੇ ਆਪਾਂ ਹੋਰ ਵੀ ਬਹੁਤ ਸਾਰੀ ਜਾਣਕਾਰੀ ਲੈ ਕੇ ਆਵਾਂਗੇ। ਜਲਦੀ ਇੱਕ ਹੋਰ ਨਵੀਂ ਵੀਡੀਓ ਜਿਹੜੀ ਆ ਤੁਹਾਡੇ ਰੂਬਰੂ ਕਰਾਂਗੇ। ਜਿੱਦਾਂ ਹੀ ਨੋਟੀਫਿਕੇਸ਼ਨ ਆਉਣਾ ਸਭ ਤੋਂ ਪਹਿਲਾਂ ਆਪਾਂ ਵੀਡੀਓ ਬਣਾਵਾਂਗੇ ਪਹਿਲੇ ਹੀ ਦਿਨ। ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਹਾਨੂੰ ਨੋਟੀਫਿਕੇਸ਼ਨ ਦੀ ਉਡੀਕ ਹੈ ਤਾਂ। ਠੀਕ ਹੈ ਜੀ, ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ।